फतेह। वाहिगुरू साहिब जी वड्डा तेरा दरबार, सच्चा तुद तखत, सिर शाह पातशाह, निहचल चौर छत। तखत बह तख्त की लायक, पंच समाए गुरमत पायक। लहणे दी फेर आईए, नानका दोही खटिया। जो तोहा जुगत साए, शहकाया फेर पलटिया। जिस प्यारे स्यों ने हूँ, तिस आगे मर चलिया। त्रिग जीवन संसार, ताकै पाछै जीवना। कृपा करो दीन के दाते, मेरा गुण अवगण ना विचारो कोई। माटी का क्या तो पै स्वामी, मानस की गत ही। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਕੱਦਸ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੇ ਸਨਮਾਨਯੋਗ ਸਤਸੰਗੀ ਜਨੋ, ਬਹੁਤ ਭਾਵਨਾ ਨਾਲ ਪ੍ਰੇਮ ਨਾਲ ਆਪ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੋ। ਆਓ ਹੁਣ ਗੁਰਮਤਿ ਵਿਚਾਰਾਂ ਵਿੱਚ ਸੁਰਤ ਜੋੜਨ ਦਾ ਯਤਨ ਕਰੀਏ। ਅੱਜ ਬਹੁਤ ਪਾਵਨ ਦਿਹਾੜਾ ਹੈ। ਗੁਰਦੇਵ ਪਿਤਾ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਅੱਜ ਗੁਰਤਾ ਗੱਦੀ ਦਿਹਾੜਾ। ਆਪ ਸਾਰੀਆਂ ਸੰਗਤਾਂ ਨੂੰ ਗੁਰਦੇਵ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਗੁਰਤਾ ਗੱਦੀ ਦੀਆਂ ਬੇਅੰਤ ਬੇਅੰਤ ਮੁਬਾਰਕਾਂ। ਆਪ ਬਖਸ਼ੋ ਅਸੀਸ, ਆਪ ਸੰਗਤਾਂ ਦੀ ਸੇਵਾ ਕਰ ਸਕੀਏ। ਵਿਚਾਰ ਆਰੰਭਣ ਤੋਂ ਪਹਿਲਾਂ ਗੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਰ ਤੇ ਸੇਵਾ ਕਮਾ ਕੇ ਆਪਣਾ ਆਪ ਵਾਰਨ ਵਾਲੇ ਭਾਈ ਲਹਿਣਾ ਜੀ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰ ਤੇ ਸੇਵਾ ਕੀਤੀ ਤੇ ਜਦ ਗੁਰੂ ਪਾਤਸ਼ਾਹ ਜੀ ਦੇ ਦਰ ਤੇ ਆਏ ਤੇ ਮੁੜ ਕੇ ਫਿਰ ਪਿਛਲਾ ਸਭ ਕੁਝ ਭੁੱਲ ਕੇ ਗੁਰੂ ਦੇ ਹੀ ਹੋ ਕੇ ਰਹਿ ਗਏ। ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ 1504 ਈਸਵੀ ਮੱਤੇ ਦੀ ਸਰਾਂ ਬਾਬਾ ਫੇਰੂਮਲ ਜੀ ਦੇ ਗ੍ਰਹਿ ਵਿਖੇ ਹੋਇਆ। ਇਸ ਮੱਤੇ ਦੀ ਸਰਾਂ ਨੂੰ
ਨਾਗਾ ਸਰਾ ਵੀ ਕਹਿੰਦੇ ਆ, ਸਰਾਏ ਨਾਗਾ ਵੀ ਕਹਿੰਦੇ ਆ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਉਸ ਵੇਲੇ ਆਪਣੀ ਹਯਾਤੀ ਵਿੱਚ ਮੌਜੂਦ ਨੇ, ਪਰ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੇ ਅਜੇ ਪਹੁੰਚੇ ਨਹੀਂ। 1504 ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਬਾਬਾ ਫੇਰੂ ਮੱਲ ਤੇ ਮਾਈ ਸਭਰਾਈ ਦੇ ਘਰ। ਮਾਈ ਸਭਰਾਈ ਦੇ ਨਾਮ ਇਤਿਹਾਸ ਦੇ ਵਿੱਚ ਵੱਖ-ਵੱਖ ਮਿਲਦੇ ਨੇ। ਦਇਆ ਕੌਰ ਵੀ ਮਿਲਦਾ ਹੈ ਤੇ ਮਾਂ ਰਾਣੋ ਵੀ ਮਿਲਦਾ ਹੈ, ਰਾਮੂ। ਮਾਤਾ ਰਾਮੋ, ਮਾਤਾ ਸਭਰਾਈ, ਦਇਆ ਕੌਰ, ਇਹ ਸਾਰੇ ਨਾਮ ਭਾਈ ਲਹਿਣਾ ਜੀ ਦੇ ਮਾਤਾ ਜੀ ਦੇ ਨੇ। ਭਾਈ ਲਹਿਣਾ ਜੀ ਦੇ ਦਾਦਾ ਜੀ ਦਾ ਨਾਮ ਨਾਰਾਇਣ ਦਾਸ ਤਹਿਰਾਨ ਹੈ। ਤ੍ਰਿਹਣ ਜਿਹਨੂੰ ਅਸੀਂ ਕਹਿੰਦੇ ਹਾਂ, ਲਫ਼ਜ਼ ਵਰਤਿਆ ਜਾਂਦਾ ਹੈ। ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਪੁਰਾਤਨ ਜਿਹੜਾ ਵਸੇਵਾ ਸੀ ਦਾਦਾ ਜੀ ਦਾ, ਉਹ ਜਿਹੜਾ ਸੀਗਾ ਉਹ ਖਡੂਰ ਦਾ ਸੀ। ਵੈਸੇ ਤੇ ਇਤਿਹਾਸ ਇਹ ਜ਼ਿਕਰ ਕਰਦਾ ਹੈ ਕਿ ਨਾਰਾਇਣ ਦਾਸ ਤ੍ਰਿਹਣ ਮੱਤੇ ਦੀ ਸਰਾਹ ਰਹਿੰਦੇ ਸੀ, ਟਿਕੇ ਹੋਏ ਸਨ। ਸਤਿਗੁਰੂ ਗੁਰੂ ਅੰਗਦ ਦੇਵ ਜੀ ਦੇ ਪਿਤਾ ਜੀ ਬਾਬਾ ਫੇਰੂ ਮੱਲ, ਉਹਨਾਂ ਦੇ ਘਰ ਲਹਿਣਾ ਜੀ ਦਾ ਆਮਦ, ਉਹਨਾਂ ਦਾ ਪ੍ਰਕਾਸ਼ ਮੱਤੇ ਦੀ ਸਰਾਈ ਹੋਇਆ। ਮਾਤਾ ਸਭਰਾਈ ਦਾ ਪ੍ਰਭਾਵ ਕਬੂਲ ਕੇ ਭਾਈ ਲਹਿਣਾ ਜੀ ਨੇ ਕਈ ਸਾਲ ਦੁਰਗਾ ਪੂਜਾ ਦੇ ਵਿੱਚ ਬਤੀਤ ਕੀਤੇ ਨੇ ਤੇ ਜਵਾਲਾ ਜੀ ਵਾਲੇ ਪਾਸੇ ਜਾਂਦੇ ਸਨ। ਤੇ ਉਸੇ ਸ਼ਹਿਰ ਦੇ ਵਿੱਚ, ਜਿਸ ਸ਼ਹਿਰ ਦੇ ਵਿੱਚ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਸ਼ਹਿਬਰਾਂ ਲਗਾਈਆਂ, ਇਹ ਜੰਗਾਂ ਜੁਦਾਂ ਦੇ ਬਾਅਦ ਉੱਠ ਕੇ ਮੱਤੇ ਦੀ ਸਰਾਹ ਤੋਂ ਖਡੂਰ ਵਿੱਚ ਆ ਗਏ। ਖਡੂਰ ਦੀ ਧਰਤੀ ਤੇ ਕੁਝ ਸਮਾਂ ਟਿਕੇ ਨੇ। ਧੰਨ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਦਾ ਜਿਹੜਾ ਵਿਆਹ ਕੀਤਾ ਹੈ ਉਹ ਮਾਤਾ ਖੀਵੀ ਜੀ ਦੇ ਨਾਲ ਹੋਇਆ। 1504 ਸਤਿਗੁਰੂ ਦੀ ਆਮਦ ਹੈ, ਪ੍ਰਕਾਸ਼ ਹੈ, ਤੇ ਸਤਿਗੁਰੂ ਜੀ ਦਾ ਵਿਆਹ ਜਿਹੜਾ ਜ਼ਿਕਰ ਮਿਲਦਾ ਹੈ ਉਹ 1520-21 ਈਸਵੀ ਦਾ ਮਿਲਦਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਾਬਤ ਭਾਈ ਲਹਿਣਾ ਜੀ ਸੁਣ ਰਹੇ ਨੇ, ਸੁਣਦੇ ਆ ਰਹੇ ਨੇ, ਪਰ ਹਜੇ ਜਿਹੜੇ ਕਦਮ ਨੇ ਉਹ ਜਵਾਲਾ ਜੀ ਵੱਲ ਤੁਰੇ ਹੋਏ ਨੇ। ਹਰ ਸਾਲ ਜੱਥਾ ਲੈ ਕੇ ਜਵਾਲਾ ਦੀ ਧਰਤੀ ਤੇ ਵੀ ਜਾਂਦੇ ਨੇ, ਆਗੂ ਵੀ ਨੇ, ਖਡੂਰ ਦੀ ਧਰਤੀ ਤੋਂ ਤੁਰਦੇ ਨੇ ਤੇ ਵਾਪਸ ਆਉਂਦੇ ਨੇ। ਪਰ ਇੱਕ ਐਸਾ ਦਿਨ ਚੜਿਆ ਜਿਸ ਦਿਨ ਭਾਈ ਲਹਿਣਾ ਜੀ ਦਾ ਜੀਵਨ ਪ੍ਰਵਿਰਤ ਹੋ ਗਿਆ। ਖਡੂਰ ਦੀ ਧਰਤੀ ਤੇ ਅੰਮ੍ਰਿਤ ਵੇਲੇ ਦਾ ਸਮਾਂ ਤੁਰੀ ਜਾਂਦੇ ਨੇ ਤੇ ਇੱਕ ਘਰ ਹੈ ਜਿਸ ਘਰ ਦੇ ਵਿੱਚ ਭਾਈ ਜੋਧਾ ਰਹਿੰਦਾ ਹੈ ਤੇ ਉਹ ਭਾਈ ਜੋਧਾ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਹੈ ਤੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਗਾ ਰਿਹਾ। ਆਸਾ ਕੀ ਵਾਰ ਪੌੜੀਆਂ ਰੂਪ ਦੇ ਵਿੱਚ ਸੀ ਤੇ ਆਸਾ ਕੀ ਵਾਰ ਦੀ ਪੌੜੀਆਂ ਪੜਦਾ ਹੈ ਤੇ ਜਿਸ ਵੇਲੇ ਭਾਈ ਲਹਿਣਾ ਉਹਦੇ ਘਰੋਂ ਬਾਹਰੋਂ ਲੱਗਦੇ ਨੇ ਤੇ ਉਹਦੀ ਭਾਈ ਲਹਿਣਾ ਜੀ ਦੇ ਕੰਨਾਂ ਦੇ ਵਿੱਚ ਇੱਕ ਆਵਾਜ਼ ਪੈਂਦੀ ਹੈ। ਉਹ ਆਵਾਜ਼ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਅਗਮੀ ਬਾਣੀ ਤੇ ਗਾਉਣ ਵਾਲਾ ਹੈ ਭਾਈ ਜੋਧਾ, ਖਡੂਰ ਦੀ ਧਰਤੀ ਦਾ ਵਸਨੀਕ। ਤੇ ਉਹਨੇ ਬਚਨ ਉਚਾਰਿਆ, ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ ਸਾਕਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚੇ ਦੇ ਲੰਮੀ ਨਦਰ ਨਿਹਾਲੀਐ, ਜਿਉ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ, ਕਿਛ ਲਾਹੇ ਉਪਰ ਘਾਲੀਐ। ਇਹ ਬਚਨ ਜਦ ਭਾਈ ਲਹਿਣਾ ਜੀ ਦੇ ਕੰਨੀ ਪਏ ਤੇ ਪੈਰ ਉੱਥੇ ਹੀ ਜੰਮ ਗਏ। ਗਾਂ ਨਹੀਂ ਵਧਿਆ ਗਿਆ। ਮਨ ਦੇ ਵਿੱਚ ਇਹ ਖਿਆਲ ਆਇਆ ਕਿ ਇਹ ਜੋ ਕਾਵ ਰਚਨਾ ਸੁਣੀ ਗਈ ਹੈ, ਕੰਨਾਂ ਵਿੱਚ ਪਈ ਹੈ, ਇਹਦੇ ਅਰਥ ਕੀ ਹੋ ਸਕਦੇ ਨੇ ਤੇ ਇਸ ਕਾਵ ਰਚਨਾ ਨੂੰ ਰਚਣ ਵਾਲਾ ਕੌਣ ਹੋ ਸਕਦਾ ਹੈ। ਜਿਤ ਸੇਵਿਆਂ ਸੁਖ ਪਾਈ ਹੈ, ਜਿਹਦੇ ਸਿਮਰਨ ਵਿੱਚ ਸੁਖ ਹੈ, ਸੋ ਸਾਹਿਬ ਸਦਾ ਸੰਭਾਲੀਐ। ਫਿਰ ਦੁਨੀਆ ਦੇ ਸਾਰੇ ਚੇਤੇ ਛੱਡ ਕੇ ਉਹਦਾ ਚੇਤਾ ਕਿਉਂ ਨਾ ਕੀਤਾ ਜਾਏ।
अगली तुक सी जित कीता पाइया अपना, बई ये जिहड़ी कर्मां दी खेड है, जो मैं किया सो मैं पाया, दोष ना दीजै अवर जना। जिस तरह धरती कर्मा रूपी है, इहदे विच जिहड़ा बीज पाया जाए ओहो जिहा ही प्रगट होएगा। फरीदा लोड़ै दाख बिजूरियां, किकर बीजै जट हंडै, उन कताइंदा पैदा लोड़ै पट। जे बिजौर देश दीयां दाखां चाहीदियां ते फिर किकर दे बीज नहीं बोने पैणे, फिर ਉਹੀ रुख दे बीज बोने पैने। ਜਿਹੋ ਜੇ रुखां दे फल चाहिए, किकर दे बीज बोया ते कंडे मिलणगे, दाखां नहीं मिलणगियां, बैरीज नहीं मिलणगियां। ਇਹ ਗੱਲ जद भाई लहणा जी ने सुनिया कि जित कीता पाइया अपना, जो असी कीता है ਉਹੀ ਅੱਗੇ ਸਾਡੇ ਅੱਗੇ ਕਰਮਾਂ ਦਾ ਰੂਪ ਬਣ ਕੇ ਆਉਣਾ। ਅਸੀਂ ਉਹਨਾਂ ਕਰਮਾਂ ਤੋਂ ਬਚ ਨਹੀਂ ਸਕਦੇ। जित कीता पाइया अपना, सा घाल बुरी क्यों घालिया, मंदा मूल ना कीचे दे लम्मी नदर निहालिया। बड़ा कमाल दा वचन, मंदा कि किसी बारे पर का बुरा ना राखो चीत, तुमको दुख नहीं भाई मीत। किसी बारे मंदा ना असी मन च रखिए। जे मंदा रखांगे ते सतगुरु गुरु नानक साहब जी ने कहा, मंदा मूल ना कीचे दे लम्मी नदर निहालिया। लम्मी नदर दा मतलब होंदा है जो अज कर रहे हैं याद रखिए वो अगे आना ही आना है। ते लम्मी नदर उस गुरसिख दी होंदी है जिहड़ा गुरु दे शब्द विच सुरत जोड़दा है, जिन्हों पता है जे मैं अज बुरा कर रहा ते कल भलके नूं मेरे नाल भी बुरा हो सकदा है। पर वो गुरसिख किसी दा भला करके जिताउंदा नहीं है, भला करके वो चुप रहिंदा है। जे लोड़ है चंगा अपना कर पुन्हो नीच सदाई है। गुरु नानक साहब दा सिद्धांत है, पुन करके अपने आप नूं नीवां ही जिताउंदा है। जब ये बचन भाई लैणे दे कन्नी पए ते उन्हां दे मन च ख्याल आया कि ये कौन है ते की गा रहा है। उन्हें उड़ीक कीती, जद भाई जोधा घरों बाहर निकलिया ते लहणा जी पुछदे, ये किहड़ी काव्य रचना तुसीं गा रहे हो? ते अगों भाई जोधा जी कहंदे, ये कोई काव्य रचना नहीं है, ये ते जैसी मैं आवे खसम की बाणी, तैसरा करी ज्ञान वे ला लो। ते इस बचन ने भाई लहणा जी दे हिरदे दे विच बेदन पैदा कर दी कि एक खसम की बाणी किन्ने उचारी। ते अगों भाई जोधा जी कहंदे, ए आद गुरु करतारपुर दे वसनीक श्री गुरु नानक देव जी महाराज जी दी उचारण कीती है, जिन्हां ने इस धरती ते आके सारियां नूं तारिया कि पहले गुरु नानक साहब दी आमद दा जिक्र भाई गुरदास जी करदे, बाबा देखै ध्यान धर जलती सब पृथ्वी दिसी आई, बाजो गुरु गुबार है करती सुनी लुकाई, बाबे भेख बनाया ओ दासी की रीत चलाई, चढ़िया सोधन धरत लुकाई। सारी धरत लुकाई नूं सोधिया गुरु नानक साहब ने। ते भाई लैणा ने सुन लिया बई करतारपुर दी धरती ते है, ते मन विच एक खिच है, एक वेदन है कि गुरु दे दीदार किवें होणगे, गुरु नानक साहब नूं कद मिलांगे। उन्हां दिनां दे विच ही जद ज्वाला जी दे दर्शन करन वास्ते तुरे ने ते सतगुरु गुरु नानक साहब महाराज जी दे दीदार वास्ते जद जत्था वापस आ रहा ज्वाला जी तो, उन्होंने सारे जत्थे नूं कहा तुसीं खडूर परत जाओ ते असी गुरु बाबा गुरु नानक साहब जी दा जिक्र सुनिया। ये शहर करतारपुर, करतारपुर करता वसै संतन कै पास, इस शहर दे विच असी गुरु नानक साहब दे दीदार करांगे। ते तुहानूं पता है गुरु नानक साहब ते भाई लैणा जी दा मिलाप किहो जिहा, बड़ा खूबसूरत है। पर इस मिलाप तो पहला एक कड़ी जिहड़ी है ना, एक अंश जिहड़ा शब्द दा, ये कदी ना भुलिए। सानू इन्नियां उमरां हो गईयां बाणी सुनदे होए, गुरु की बाणी पढ़दे होए, कीर्तन कथा सरवण करदे होए, पर साडे मन विच ओ तीर दी तरह शब्द क्यों नहीं लग्या जिहड़ा भाई लैणे दे मन विच लग गया सी। हर प्रेम बाणी मन मारिया अणियाले अणिया राम राजे, जिस लागी पीर पिरम की सो जाने जरिया। इहदा कारण यह है कि पत्थर दे विच तीर नहीं वड़दा, साडे दिल संग ने किरपन कठोर करके। पर भाई लैणा जी दा जिहड़ा हिरदा सी ओ सच मार्ग ते तुरिया, प्रेम दे विच भिजिया कोमल हो गया सी। इस करके इक्को एक बचन गुरु नानक साहब दा, जित तन लागा बाणियां सुख होवै सेव कमाणियां, जिस तन विच बाणी लग जे
ਉਹਨੂੰ ਫਿਰ ਸੁਖ ਹੀ ਗੁਰੂ ਦੀ ਸੇਵਾ ਵਿੱਚੋਂ ਮਿਲਦਾ ਹੈ। ਉਹ ਸਭ ਕੁਝ ਛੱਡ ਦਿੰਦਾ। ਜਿਤ ਤਨ ਇੱਕ ਤਨ ਲਾਗੈ ਬਾਣੀਆਂ, ਇਸ ਤਨ ਤੇ ਜੇ ਬਾਣੀ ਲੱਗ ਜੇ, ਇੱਕ ਤਨ ਲਾਗੈ ਬਾਣੀਆਂ ਸੁਖ ਹੋਵੈ ਸੇਵ ਕਮਾਣੀਆਂ, ਸਭ ਦੁਨੀਆਂ ਆਵਣ ਜਾਣੀਆਂ, ਵਿੱਚ ਦੁਨੀਆ ਸੇਵ ਕਮਾਈਐ, ਤਾਂ ਦਰਗਾਹ ਬੈਸਣ ਪਾਈਐ, ਕਹੋ ਨਾਨਕ ਬਾਹਾਂ ਲੁਟਾਈਐ। ਗੁਰੂ ਨਾਨਕ ਸਾਹਿਬ ਦੇ ਬਚਨ ਨੂੰ ਕਮਾ ਕੇ ਤੁਰੇ ਨੇ। ਕਰਤਾਰਪੁਰ ਦੀ ਧਰਤੀ ਗੁਰੂ ਨਾਨਕ ਸਾਹਿਬ ਦਾ ਵਸਾਇਆ ਹੋਇਆ ਸ਼ਹਿਰ, ਤੇ ਇਸ ਸ਼ਹਿਰ ਪਿੱਛੇ ਵੀ ਰਮਜ਼ ਹੈ। ਅਜਿੱਤਾ ਰੰਧਾਵਾ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਦਾ ਹੈ, ਸੱਚੇ ਪਾਤਸ਼ਾਹ ਇਹ ਜ਼ਮੀਨਾਂ ਤੁਸਾਂ ਦੀਆਂ, ਇਹ ਧਰਤੀ ਤੁਸਾਂ ਦੀ, ਸਾਰਾ ਕੁਝ ਤੁਸਾਂ ਦਾ। ਜੋ ਸ਼ਬਦਾਵਲੀ ਜਨਮ ਸਾਖੀ ਵਿੱਚ ਸਾਨੂੰ ਮਿਲਦੀ ਹੈ, ਇਹਦਾ ਨਾਮ ਰੱਖੋ ਨਾਨਕਪੁਰ, ਬਸਾਓ ਇਹ ਗੁਰੂ ਨਾਨਕ ਸਾਹਿਬ ਆਪਣੇ ਨਾਮ ਤੇ ਧਰਤੀ। ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਨਹੀਂ, ਅਸੀਂ ਵੀ ਕਰਤਾਰ ਦੇ ਤੇ ਇਹ ਥਾਂ ਵੀ ਕਰਤਾਰ ਦੀ। ਇਸ ਥਾਂ ਦਾ ਨਾਂ ਕਰਤਾਰਪੁਰ ਹੋਏਗਾ, ਨਾਨਕਪੁਰ ਨਹੀਂ ਹੋਏਗਾ, ਇਹ ਕਰਤਾਰਪੁਰ ਹੋਏਗਾ। ਕਰਤਾਰ ਦੀ ਥਾਂ ਤੇ ਅਸੀਂ ਵੀ ਕਰਤਾਰ ਦੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ 17-18 ਸਾਲ ਉਸ ਧਰਤੀ ਤੇ ਟਿਕੇ ਨੇ। 1504 ਈਸਵੀ ਦੇ ਵਿੱਚ ਭਾਈ ਲਹਿਣਾ ਜੀ ਦਾ ਪ੍ਰਕਾਸ਼ ਹੋਇਆ। 1539 ਈਸਵੀ ਤੱਕ ਭਾਈ ਲਹਿਣਾ ਜੀ ਹੁਣ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਟਿਕੇ। 1521-22 ਈਸਵੀ ਦਾ ਉਸ ਸਮਾਂ ਜਦ ਭਾਈ ਲਹਿਣਾ ਜੀ ਪਹੁੰਚੇ ਨੇ ਗੁਰੂ ਨਾਨਕ ਸਾਹਿਬ ਕੋਲ, ਤੇ ਅੱਗੇ ਦੇਖਿਆ ਕਿ ਇੱਕ ਪੁਰਖ ਤੁਰਿਆ ਜਾਂਦਾ ਹੈ। ਤੇ ਭਾਈ ਲਹਿਣਾ ਪੁੱਛਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਦਾ ਠਿਕਾਣਾ ਠੌਰ ਕਿੱਥੇ ਹੈ? ਮੈਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਆਇਆ, ਉਹਨਾਂ ਦੇ ਦੀਦਾਰ ਕਰਨ ਆਇਆ। ਉਹ ਕਿੱਥੇ ਟਿਕਾਣਾ ਕਰਦੇ ਨੇ, ਤੁਸੀਂ ਦੱਸ ਸਕਦੇ ਹੋ? ਤੇ ਅੱਗੋਂ ਉਹ ਕਹਿੰਦੇ, ਪੁਰਖਾ ਆਪਣੇ ਘੋੜੇ ਦੀ ਲਗਾਮ ਮੈਨੂੰ ਫੜਾ, ਤੇ ਜਿੱਥੇ ਤੂੰ ਜਾਣਾ ਮੈਂ ਉੱਥੇ ਤੈਨੂੰ ਛੱਡ ਦੂੰਗਾ, ਤੋੜ ਤੱਕ। ਭਾਈ ਲਹਿਣਾ ਜੀ ਦੇ ਘੋੜੇ ਦੀ ਲਗਾਮ ਫੜ ਕੇ ਉਹ ਤੁਰੇ ਨੇ। ਅੱਗੇ ਅੱਗੇ ਭਾਈ ਲਹਿਣਾ ਜੀ ਘੋੜੇ ਤੇ ਸਵਾਰ ਨੇ। ਜੰਡ ਦੇ ਰੁੱਖ ਭਾਵ ਰੁੱਖਾਂ ਦੇ ਇੱਕ ਕੱਠ ਦੇ ਕੋਲ ਘੋੜਾ ਲਿਜਾ ਕੇ ਰੋਕ ਦਿੱਤਾ ਤੇ ਕਿਹਾ, ਜਿਨ੍ਹਾਂ ਦੇ ਦੀਦਾਰ ਕਰਨ ਆਇਆ ਉਹ ਹੁਣ ਅੰਦਰ ਬੈਠੇ ਨੇ, ਇੱਥੇ ਘੋੜਾ ਬੰਨੋ ਤੇ ਅੰਦਰ ਦੀਦਾਰ ਕਰੋ। ਭਾਈ ਲਹਿਣਾ ਜੀ ਨੇ ਸੱਤ ਆਖਿਆ, ਧੰਨਵਾਦ ਕੀਤਾ। ਘੋੜੇ ਤੋਂ ਉਤਰੇ ਨੇ ਤੇ ਉਤਰ ਕੇ ਅੰਦਰ ਜਾ ਕੇ ਦੀਦਾਰ ਕੀਤੇ ਉਸ, ਤੇ ਅੱਗੇ ਉਹੀ ਬੈਠੇ ਸੀ ਜਿਹੜੇ ਘੋੜੇ ਦੀ ਲਗਾਮਾਂ ਫੜ ਕੇ ਲਿਆਏ। ਅੱਗੇ ਉਹੀ ਬੈਠੇ ਸੀ ਜਿਨ੍ਹਾਂ ਨੇ ਰਸਤਾ ਦਿਖਾਇਆ। ਤੇ ਭਾਈ ਲਹਿਣਾ ਜੀ ਕਹਿੰਦੇ, ਵਾਹ ਸੱਚੇ ਪਾਤਸ਼ਾਹ, ਆਦ ਗੁਰੂ ਨਾਨਕ ਸਾਹਿਬ ਤੁਹਾਡੇ ਦੀਦਾਰ ਕਰਨ ਆਏ ਸਾਂ, ਪਰ ਅਸਾਂ ਤੋਂ ਇਹ ਕੀ ਅਵੱਗਿਆ ਹੋ ਗਈ, ਮੇਰੇ ਤੋਂ ਅਵੱਗਿਆ ਹੋ ਗਈ। ਮਹਾਰਾਜ ਕਹਿੰਦੇ ਕੀ? ਕਹਿੰਦੇ ਜਿਹਨੂੰ ਮਿਲਣ ਆਇਆ ਸਾਂ ਉਹਦੀ ਪਛਾਣ ਨਹੀਂ ਕੀਤੀ, ਤੇ ਉਹੀ ਮੈਨੂੰ ਇੱਥੇ ਤੱਕ ਲੈ ਆਇਆ। ਤੇ ਗੁਰੂ ਨਾਨਕ ਸਾਹਿਬ ਕਹਿੰਦੇ, ਤੁਹਾਡਾ ਨਾਮ ਕੀ ਹੈ? ਕਹਿੰਦੇ ਜੀ ਮੇਰਾ ਨਾਮ ਲਹਿਣਾ ਹੈ। ਪਰ ਕਹਿੰਦੇ ਹਾਂ ਤੇ ਮੈਂ ਲਹਿਣਾ, ਪਰ ਮੇਰੇ ਤੋਂ ਅਵੱਗਿਆ ਹੋ ਗਈ, ਤੁਸੀਂ ਤੁਰਦੇ ਸੀ ਤੇ ਮੈਂ ਘੋੜੇ ਤੇ ਬੈਠਾ ਸੀ। ਤੇ ਅੱਗੋਂ ਗੁਰੂ ਨਾਨਕ ਸਾਹਿਬ ਕਹਿੰਦੇ, ਜਿਹੜੇ ਲੈਣ ਵਾਸਤੇ ਆਉਂਦੇ ਨੇ ਉਹ ਘੋੜਿਆਂ ਤੇ ਹੀ ਸਵਾਰ ਹੋ ਕੇ ਆਉਂਦੇ ਨੇ, ਤੇ ਜਿਨ੍ਹਾਂ ਨੇ ਦੇਣਾ ਹੁੰਦਾ ਉਹ ਅੱਗੋਂ ਉਡੀਕ ਕਰਦੇ ਹੁੰਦੇ ਨੇ। ਇਹ ਬਚਨ ਨੇ ਰਮਜ਼ੀ ਭਰੇ ਹੋਏ ਕਿ ਜਿਨ੍ਹਾਂ ਨੇ ਲੈਣਾ ਹੁੰਦਾ, ਜੇ ਤੂੰ ਭਾਈ ਲੈਣਾ ਫਿਰ ਲੈਣ ਵਾਲੇ ਘੋੜਿਆਂ ਤੇ ਹੀ ਸਵਾਰ ਹੋ ਕੇ ਆਉਂਦੇ ਨੇ, ਤੇ ਜਿਨ੍ਹਾਂ ਨੇ ਦੇਣਾ ਹੁੰਦਾ ਉਹ ਉਡੀਕ ਕਰਦੇ ਨੇ। ਤੇ ਭਾਈ ਲਹਿਣਾ ਜੀ ਕਹਿੰਦੇ, ਸੱਚੇ ਪਾਤਸ਼ਾਹ ਇਹ ਰਮਜ਼ ਨਹੀਂ ਸਮਝ ਆਈ। ਮਹਾਰਾਜ ਕਹਿੰਦੇ, ਕਰਤਾਰ ਭਲੀ ਕਰੇਗਾ, ਸਮੇਂ ਨਾਲ ਸਮਝ ਆਏਗੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਦੀਦਾਰ ਕੀਤੇ। ਇਹ ਸੱਚ ਹੈ, ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾਂ ਸਾਹਮਣੇ। ਗੁਰੂ ਨਾਨਕ ਸਾਹਿਬ ਦੇ ਦੀਦਾਰ ਕਰਕੇ ਤਨ ਮਨ ਨਿਹਾਲ ਹੋਇਆ। ਮਨ ਨਾ ਕਰੇ ਜਾਣ ਦਾ, ਇਹ ਥਾਂ ਛੱਡਣ ਦਾ। ਗੁਰੂ ਨਾਨਕ ਸਾਹਿਬ ਜੀ ਦੇ ਦੀਦਾਰ ਕਰਕੇ ਅੰਦਰ ਆਤਮਾ ਦੀ ਭੁੱਖ, ਆਤਮਾ ਦੀ ਤ੍ਰਿਸ਼ਨਾ ਜਿਹੜੀ ਸੀ ਨਾ, ਉਹ ਬੁੱਝ ਗਈ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਅੱਜ ਫਰਮਾਨ ਵੀ ਪੜੋ। ਗੁਰੂ ਅਰਜਨ ਸਾਹਿਬ ਜੀ ਦਾ ਜਿਹੜਾ ਆਇਆ, ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੈ, ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਣਾ ਚੀਤ ਨਾ ਆਵੈ। ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ, तेरे सेवक को भाव किछ नाही, जम नहीं आवे मेरे। जो तेरे रंग राते स्वामी तिनका जन्म मरण दुख नासा, तेरी पक्ष न मिटे कोई। रहमत नूं कोई मिटा नहीं सकता, कोई नहीं मिटा सकता।
भाई लैणा जी कहते महाराज तुसी लैण आए हो? कहते हाँ असी तुहानू लैण आया पुरखा। कहते कारण की? कहते गुरु नानक साहब जी ने बचन किया पुरखा जिवें तू घोड़े दी लगामां फड़ातियां सी ते तैनू मैं ठिकाने ते लिआया, जिस तरह बाहरों घोड़े दी लगामां फड़ातियां ते तू इत्थे पहुंच गया, लिया हुण मन घोड़े दीयां लगामां भी फड़ा दे ते तैनू धुर करतार दे दीदार करा दी। हुण मन घोड़े दीयां लगामां भी फड़ा दे। और ये अर्पण करने वाला ही गुरु का सिख हुंदा है। हाँ मन अर्पी सब तन अर्पी, अर्पी सब देसा, हाँ सिर अर्पी तिस मीत प्यारे। मैं उहदे अगे सिर भी अर्पित कर दवां, इहदे अगे जो प्रभ दे सनेहा जिहड़ा मैनूं प्रभु दे दीदार कराए। कुछ समा भाई लैणा जी गुरु नानक साहब कोल टिके ने ते टिक के गुरु नानक साहब ने कहा पुरखा हुण तुसीं अपने घरां नूं वापस मुड़ो। ते सतगुरु गुरु नानक साहब महाराज जी तो आग्या लैके करतारपुर साहब की धरती तो खडूर की धरती ते भाई लैणा जी वापस पहुंचे। ते भाई लैणा जी उथे दुकान करते सन ते भाई लैणा जी का मन ना लगे। भाई लैणा जी ने अपना सारा दुकान का राशन समान सारा समेटिया ते परिवार नूं दस दिता कि साडे जीवन का मनोरथ सानूं हुण पता लग गया है। असल सच जिहड़ा है वो करतारपुर की धरती ते गुरु नानक साहब तो ही मिलना है। ये दुनियावी कारज जिहड़े ने ये हुण साडे वस दे नहीं। असी दुनियावी कारजां नूं जिन्ना करना सी कीता, हुण गुरु नानक साहब की सेवा विच जुड़ना। सारा कारोबार समेटिया ते एक लूण की बोरी लई ते लूण की बोरी नूं सिर दे उत्ते रख के भाई लैणा जी फिर खडूर की धरती तो करतारपुर की धरती ते कूच कर गए। ते जिस वेले करतारपुर साहब की धरती ते पहुंचे है, माई सुलखणी नूं पुछया कि गुरु नानक साहब किथे ने? ते मां सुलखणी ने ओ उंगल इशारा करके कहा कि खेतां दे विच गुरु नानक साहब जी झोने विचों नदीन पट रहे हैं। हुण खडूर की धरती तो आए हुए भाई लैणे दा संबंध खेतीबाड़ी नाल नहीं। उन्होंने सारी उम्र दुकानदारियां कीतियां ने, जमींदारी दा उन्हां नूं इल कुक्कड़ नहीं पता। सीधी जी गल जिन्हों सिद्धरी गल कहने, ना जमीन बारे पता है, ना खेतीबाड़ी, ना नदीन बारे, ना झोने बारे। जिन्हां ने सिर्फ दुकान ते बैठ के राशन बेचा, उन्हां नूं की पता होए कि खेतीबाड़ी जमींदारी किरसानी की शै है। पर गुरु नानक साहब उत्थे ने स्योंकि भाई लैणा जी वो लूण दी बोरी उत्थे ही रख के गुरु नानक साहब जी वाल पहुंच गए। नमस्कार कीती। गुरु नानक साहब महाराज जी नदीन पटदे पए ने। ते तुहानूं पता है झोने दी खेती दे विच नदीन ऐ नहीं पटिया जांदा, गारे दे विच हुंदा है अद्धा शरीर ते। सतगुरु गुरु नानक साहब महाराज जी दे दीदार कीते ते महाराज कहंदे पुरखा पिछे हो जा, कारज हो रहा हजे, करदे हां दीदार, मिलदे हां। ते गुरु नानक साहब नूं वेख के भाई लैणे तो लिया रहा नहीं गया। जो गुरु नानक साहब करते सन खेतां विच ते भाई लैणा भी उही करन लग गया। जिस वेले सतगुरु गुरु नानक साहब महाराज जी ने नदीन पट्टी ते नदीन दी पंड बन्नी ते की वेखदे ने कि भाई लैणा जी ने नदीन नहीं पटिया, झोना ही पट दिता। क्योंकि उन्होंने पता ही नहीं, उन्होंने कदी खेती कीती नहीं कि नदीन पट्टी दा जां झोना पट्टी दा। जिहड़ा झोना लाया होया सी भाई लैणा जी उही पटना शुरू कर दिता। ते सतगुरु गुरु नानक साहब महाराज जी ने जद वेख्या बई पटनी ते नदीन सी, इह की पटती, ते सतगुरु गुरु नानक साहब ने कहा वे पुरखा की करी जाना है? कहते सतगुरु जी तुसां नूं वेख के करी जाना। महाराज कहंदे रहण दे, तेनू पुट्टण वास्ते नहीं सदिया, तेनू लाउण वास्ते सदिया। आ बचन भी बड़े रमजी ने, सुनियो। वे पुरखा रहण दे, तेनू पट्टण वास्ते नहीं सदिया, तेनू लाउण वास्ते सदिया। ना कर ये कारज। कहंदे की लाउणा है सतगुरु जी? हुण ये समा दसेगा। चिट्टे कपड़े पाए भाई लैणा जी ने सोहणे तैयार होके आए गुरु दे दीदार करन। ते अगों सतगुरु गुरु नानक साहब ने नदीन दी पंड बन्नी ते क्या लैणिया एक काम कर, ये पंड लैके ते जाके धर्मशाला रखिया। जद नदीन दी पंड भाई लैणा दे सिर ते रखी
ਤੇ ਗਾਰ ਤੇ ਚਿੱਕੜ ਸਾਰਾ ਸਿਰ ਤੋਂ ਲੈ ਕੇ ਪੈਰਾਂ ਤੱਕ ਚਿੱਟੇ ਕੱਪੜੇ ਲਿਬੜ ਗਏ। ਆਏ ਤੇ ਸਨ ਗੁਰੂ ਦੇ ਦੀਦਾਰ ਕਰਨ, ਨਵੇਂ ਸੋਹਣੇ ਬਸਤਰ ਪਾ ਕੇ। ਤੇ ਅੱਗੋਂ ਜਦ ਧਰਮਸਾਲ ਦੇ ਵਿੱਚ ਪਹੁੰਚੇ ਤੇ ਮਾਤਾ ਸੁਲੱਖਣੀ, ਉਹਨਾਂ ਦਾ ਮਨ ਬੜਾ ਭਾਰਾ ਹੋਇਆ ਤੇ ਕਹਿੰਦੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ, ਇਹ ਤੇ ਹੁਣੇ ਆਏ ਸਨ ਨਵੇਂ ਕੱਪੜੇ ਪਾ ਕੇ, ਇਹਨਾਂ ਨੂੰ ਜ਼ਰੂਰ ਤੁਸੀਂ ਚਿੱਕੜ ਦੀ ਭਰੀ ਪੰਡਾਂ ਚਕਾਉਣੀਆਂ ਸਨ। ਤੇ ਤੀਸਰੀ ਰਮਜ਼ ਗੁਰੂ ਨਾਨਕ ਸਾਹਿਬ ਨੇ ਕਿਹਾ, ਵੇ ਭਾਗਵਾਨੇ, ਵੇ ਭਾਗਾਂ ਵਾਲੀਏ, ਇਹ ਭਾਰ ਕੋਈ ਹੋਰ ਨਹੀਂ ਚੱਕ ਸਕਦਾ, ਇਸ ਕਰਕੇ ਭਾਈ ਲੈਣੇ ਨੂੰ ਚਕਵਾਇਆ। ਹੁਣ ਕਿਹੜਾ ਭਾਰ ਹੈ ਤੇ ਕਿਹੜੀ ਪੰਡ ਹੈ, ਇਹ ਆਉਣ ਵਾਲਾ ਸਮਾਂ ਦੱਸੇ। ਇਹ ਗੁਰਤਾ ਗੱਦੀ ਦੀ ਇਹ ਜ਼ਿੰਮੇਵਾਰੀਆਂ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਭਾਗਵਾਨੇ, ਇਹ ਭਾਰ ਇਹ ਪੰਡ ਕੋਈ ਹੋਰ ਨਹੀਂ ਚੱਕ ਸਕਦਾ, ਇਸ ਕਰਕੇ ਭਾਈ ਲੈਣੇ ਨੂੰ ਚਕਵਾਈ ਹੈ। ਹੁਣ ਇਹ ਰਮਜ਼ ਤੇ ਗੁਰੂ ਨਾਨਕ ਸਾਹਿਬ ਜਾਣਦੇ ਨੇ ਜਾਂ ਕਰਤਾਰ ਜਾਣਦਾ ਹੈ। ਸਮਾਂ ਬਤੀਤ ਹੋਇਆ, ਸਤਿਗੁਰੂ ਜੀ ਦੇ ਨਾਲ ਸੇਵਾਵਾਂ ਕੀਤੀਆਂ, ਖੇਤੀਬਾੜੀ ਕੀਤੀ, ਗੁਰੂ ਦਾ ਹੁਕਮ ਮੰਨਿਆ ਤੇ ਹੁਕਮ ਮੰਦੇ ਹੁਕਮ ਦਾ ਰੂਪ ਹੋ ਗਏ ਭਾਈ ਲੈਣਾ ਜੀ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ 1539 ਈਸਵੀ ਅੱਜ ਦੇ ਦਿਨ ਇਹ ਬਚਨ ਕੀਤੇ ਕਿ ਅੱਜ ਤੋਂ ਬਾਅਦ ਤੇਰੇ ਤੇ ਮੇਰੇ ਵਿੱਚ ਲੈਣਿਆ ਕੋਈ ਭੇਤ ਨਹੀਂ ਰਹੇਗਾ। ਇਹ ਬਚਨ ਕੀਤੇ, ਆਪ ਨੀਵੀਂ ਥਾਂ ਤੇ ਗੁਰੂ ਨਾਨਕ ਸਾਹਿਬ ਬੈਠੇ ਤੇ ਭਾਈ ਲਹਿਣੇ ਜੀ ਨੂੰ ਉੱਚੀ ਥਾਂ ਤੇ ਬਿਠਾਇਆ ਤੇ ਆਖਿਆ, ਅੱਜ ਤੋਂ ਬਾਅਦ ਲੈਣਿਆ ਤੂੰ ਅੰਗਦ ਹੋ ਗਿਆ, ਮੇਰਾ ਅੰਗ ਸੰਗ ਹੋ ਗਿਆ। ਮੇਰਾ ਅੰਗ ਦਾ ਮਤਲਬ ਹੁੰਦਾ ਆਪਣਾ, ਤੂੰ ਮੇਰਾ ਹੀ ਹੋ ਗਿਆ ਤੇ ਤੇਰੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ। ਇਸ ਗੱਲ ਨੂੰ ਅੱਜ ਗੁਰਤਾ ਗੱਦੀ ਰੂਪ ਦੇ ਵਿੱਚ ਅਸੀਂ ਮਨਾ ਰਹੇ ਹਾਂ। ਤੇ ਬਾਣੀ ਦੇ ਵਿੱਚ ਰਾਮ ਕਲੀ ਕੀ ਵਾਰ, ਰਾਏ ਬਲਵੰਡ ਤਥਾ ਸਤੈ ਡੂਮ ਆਖੀ, ਇਹਦੇ ਵਿੱਚ ਗੁਰਤਾ ਗੱਦੀ ਦਾ ਜ਼ਿਕਰ ਕੀਤਾ। ਅੱਜ ਦੇ ਦਿਨ ਜੋ ਸੱਚ ਵਰਤਿਆ ਉਹਦਾ ਜ਼ਿਕਰ ਬਾਣੀ ਵਿੱਚ ਕੀਤਾ। ਨਾਉ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੈ ਜੋ ਖੀਵਦੈ, ਦੇ ਗੁਣਾ ਸਤ ਭੈਣ ਭਰਾਵ ਹੈ, ਪਾਰੰਗਤ ਦਾਨ ਪੜੀਵਦੈ, ਨਾਨਕ ਰਾਜ ਚਲਾਇਆ ਸੱਚ ਕੂਟ ਸਤਾਣੀ ਨੀਵਦੈ। ਜੇ ਕੋਈ ਤੁਹਾਨੂੰ ਕਹੇ ਨਾ ਸਿੱਖ ਧਰਮ ਨਹੀਂ ਹੈ, ਕੋਈ ਨਵਾਂ ਧਰਮ ਨਹੀਂ ਹੈ, ਫਿਰ ਬਾਣੀ ਦੀ ਇਹ ਤੁਕ ਪੜ ਲਿਓ, ਨਾਨਕ ਰਾਜ ਚਲਾਇਆ ਸਿੱਖ ਧਰਮ ਹੈ। ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ। ਤੇ ਕਿਲਾ ਉਹਦਾ ਹੁੰਦਾ ਜਿਹਦਾ ਰਾਜ ਹੁੰਦਾ ਹੈ, ਸਚਕੋਟ ਸਤਾਣੀ ਨੀਵਦਾ, ਇਹ ਕਿਲਾ ਗੁਰੂ ਨਾਨਕ ਸਾਹਿਬ ਨੇ ਬਣਾਇਆ। ਤੇ ਅਗਲਾ ਬਚਨ ਕੀਤਾ, ਲਹਿਣੇ ਧਰਿਓਨ ਛਤਰ ਸਿਰ, ਕਰ ਸਿਫਤੀ ਅੰਮ੍ਰਿਤ ਪੀਵਦਾ। ਅੱਜ ਦੇ ਦਿਨ 1539 ਈਸਵੀ ਕਰਤਾਰਪੁਰ ਦੀ ਪਾਵਨ ਧਰਤੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣੇ ਨੂੰ ਗੁਰਤਾ ਗੱਦੀ ਦੀ ਇਹ ਬਖਸ਼ਿਸ਼ ਕੀਤੀ। ਲਹਿਣੇ ਧਰਿਓਨ ਛਤਰ ਸਿਰ, ਜਿਹੜਾ ਛਤਰ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਿਆ ਸੀ, ਛਤਰ ਸਿੰਘਾਸਨ ਜਿਹੜਾ ਪ੍ਰਭੂ ਦੇ ਦਰ ਦਾ ਮਿਲਿਆ ਸੀ। ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇ ਤੱਕ ਆਹਾਰ ਕਰ, ਰੋੜਾਂ ਕੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸਿਓ ਬਨਿਆਈ, ਬਾਬਾ ਪੈਦਾ ਸੱਚਖੰਡ ਨੌ ਨਿਧ ਨਾਮ ਗਰੀਬੀ ਪਾਈ। ਜਿਹੜੀ ਦਾਤ ਲੈ ਕੇ ਆਏ ਸੀ ਸੱਚਖੰਡ ਤੋਂ, ਗੁਰੂ ਨਾਨਕ ਸਾਹਿਬ ਨੇ ਸਾਰੀ ਭਾਈ ਲੈਣੇ ਦੀ ਝੋਲੀ ਪਾ ਦਿੱਤੀ। ਲੈਣੇ ਧਰਿਓਨ ਛਤ ਸਿਰ, ਕਰ ਸਿਫਤੀ ਅੰਮ੍ਰਿਤ ਪੀਵਦਾ, ਮਤ ਗੁਰ ਆਤਮ ਦੇਵ ਦੀ। ਤੇ ਅਸੀਂ ਕਹਿੰਦੇ ਆ ਖੜਗ ਤੇਗ, ਗੁਰੂ ਨਾਨਕ ਸਾਹਿਬ ਨੇ ਸ਼ਬਦ ਦੀ ਤੇਗ ਚਲਾਈ ਉਸ ਵੇਲੇ ਜਦ ਗੁਰਤਾ ਗੱਦੀ ਦਿੱਤੀ। ਇਹ ਮੈਂ ਨਹੀਂ ਕਹਿ ਰਿਹਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸੱਚ ਹੈ। ਅਸੀਂ ਕਹਿੰਦੇ ਗੁਰੂ ਨਾਨਕ ਸਾਹਿਬ ਕੋਲ ਕਿਹੜੀ ਤੇਗ ਸੀ? ਬਾਣੀ ਕਹਿੰਦੀ ਹੈ ਗੁਰੂ ਨਾਨਕ ਸਾਹਿਬ ਕੋਲ ਸ਼ਬਦ ਦੀ ਤਲਵਾਰ ਸੀ, ਖੜਗ ਸੀ। ਮਤ ਗੁਰ ਆਤਮ ਦੇਵ ਦੀ, ਖੜਗ ਜ਼ੋਰ ਪਰਾਕਿਓ ਜੀਦਾ, ਐਸੀ ਸ਼ਬਦ ਦੀ ਤੇਗ ਚਲਾਈ, ਸਾਰੇ ਵਿਕਾਰ ਤੇ ਸਾਰਾ ਪਿਛੋਕੜ ਲਹਿਣੇ ਦਾ ਖਤਮ ਕਰਕੇ ਉਹਨਾਂ ਨੂੰ ਅੰਗਦ ਬਣਾ ਦਿੱਤਾ। ਅੱਜ ਦੇ ਦਿਨ ਲਹਿਣੇ ਨੂੰ ਅੰਗਦ ਕੀਤਾ। ਮਤ ਗੁਰ ਆਤਮ ਦੇਵ ਦੀ, ਖੜਗ ਜ਼ੋਰ ਪਰਾਕਿਓ ਜੀਦੇ। ਤੇ ਉਥੇ ਜ਼ਿਕਰ ਕੀਤਾ ਕਿ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਹਯਾਤੀ ਦੇ ਵਿੱਚ ਗੁਰ ਚੇਲੇ ਰਹਿਰਾਸ ਕੀ, ਇਹ ਗੁਰੂ ਨਾਨਕ ਸਾਹਿਬ ਨੇ ਆਪਣੇ ਚੇਲੇ ਨੂੰ ਗੁਰੂ ਬਣਾ ਕੇ ਅੱਜ ਨਮਸਕਾਰ ਕਰਤੀ। ਇਹ ਸੰਸਾਰ ਦੇ ਵਿੱਚ ਕਿਤੇ ਨਹੀਂ ਹੋਇਆ। ਅੱਜ ਤੋਂ ਪਹਿਲਾਂ ਮੁਰਸ਼ਦ ਰਿਹਾ ਤੇ ਚੇਲੇ ਰਹੇ ਨੇ। ਅੱਜ ਤੋਂ ਪਹਿਲਾਂ ਗੁਰੂ ਰਿਹਾ ਤੇ ਸਿੱਖ ਰਹੇ ਨੇ, ਚੇਲੇ ਰਹੇ ਨੇ। ਪਰ ਅੱਜ ਗੁਰ ਚੇਲੇ ਰਹਿਰਾਸ ਕੀ, ਅੱਜ ਗੁਰੂ ਨੇ ਆਪਣੇ ਚੇਲੇ ਦੇ ਅੱਗੇ ਰਹਿਰਾਸ ਕੀਤੀ। ਰਹਿਰਾਸ ਕਹਿੰਦੇ ਜੀ ਨਮਸਕਾਰ। ਹੁਣ ਇਹ ਜਿਹੜੀ ਬਰਕਤ ਹੈ, ਇਹ ਅੱਜ ਤੋਂ ਪਹਿਲਾਂ ਧਰਤੀ ਤੇ ਨਹੀਂ ਵਰਤੀ।
गुर चेले रह रास की ते किवें कीती है? कहंदे नानक सलामत थीवदा। ये मेरे बाद नहीं गुरु नानक साहब कहंदे, मेरे जिउंदे जी मैं अपना आप लैणिया तेरे विच टिका के जावांगा। ये अज दे विच बरकत हुई है और इस संसार दी इतिहास च धरती दे इतिहास विच जो वरतिया अज पहली बार वरतिया। किसी मुरशद ने अपने चेले नूं मुरशद दी थां नहीं दित्ती अज तो पहला। अज गुरु नानक साहब ने अपने चेले अपने सिख नूं अपना रूप करता ते दस दिता ये इत्थे रुकेगा नहीं, ये अगे सदा चलेगा। ये 10 गुरु साहिबाना ते गुरु ग्रंथ साहब ते फिर एक खालसे दा रूप भी चलेगा। ते जेड़ा गुरु का सिख गुरु कोल आएगा, जेड़ा आखेगा हमरी जात पात गुर सतगुर, हम वेचियो सिर गुर कह, जेड़ा अपना सिर बेच देगा ओनू गुरु कहेगा तेरा ते मेरा इको हो गया, हुण तू ते मैं, तेरे ते मेरे विच कोई फर्क नहीं, मैं तेनू अपना रूप देना। जब लग खालसा रह न्यारा तब लग तेज दियो मैं सारा, जब ए गह विप्रन की रीत मैं ना करूं इनकी प्रतीत, गुर चेले रह रास की नानक सलामत थीवदै। अज दे दिन ए बरकत वापरी, सह टिक्का दितोस जीवदै। जिउंदे जी ए टिक्का दिता ते अगे जिक्र करदे ने राय बलवंत ते सत्ता जी लहणे दी फेराई है। ये सारा इतिहास अज दे दिन है। ये बाणी दियां तुकां जिहड़ी असीं पावन पढ़ रहे हां, ये अज दे दिन वरती जद गुरु अंगद साहब जी नूं गुरता गद्दी मिली। बाणी विचों ये बाणी विच जिक्र है गुरु नानक साहब जी ने जो रहमत वरताई। लहणे दी फेराई है नानका दोही खटिया। दोही दा मतलब शोभा, जिहड़ी शोभा अज तो पहला गुरु नानक साहब दी सी, दुनिया दे लोगों सुनो हुण ओही शोभा धन गुरु अंगद साहब जी दी होण वाली है। किवें होएगी? कोई ए भुलेखा ना खाए कि लैणा जी होर ने ते गुरु नानक साहब होर ने। क्यों? जे एक राजा तख्त ते बैठे सवेरे पाए लाल कपड़े, फिर जाए दिन नूं आराम करन ते फिर आराम करके मुड़ के शामी नीले कपड़े पा के आ जाए तख्त ते बैठे, कोई मूर्ख होएगा कहेगा राजा बदल गए, सियाणा कहेगा राजा वही है, सिर्फ पोशाक बदली है। गुरु नानक साहब ने कहा कि सिर्फ पोशाक बदली है, पातशाहियां बख्शिशां रहमतां जोत ते जुगत वही है, सिर्फ पोशाक बदली है। पहला ये नानक जी दे रूप दे विच सी, हुण ये लैणे दे रूप गुरु अंगद जी हो गए। रहमतां वही ने, वर्त रहे गुरु नानक साहब ने। लहणे दी फेराई है नानका दोही खटिया, जोत ओहा जुगत साइश है काया फिर पलटी है। ये जोत ते जुगत दा संकल्प सतगुरु गुरु नानक साहब ने कहा वही है। झलै सो छत निरंजनी, मल तख्त बैठा गुर हटिया। हुण उस हट्टी ते जिथे गुरु नानक साहब बैठे सन, अज उस हट्टी दा मालक गुरु अंगद साहब हो गया। आखो धन गुरु अंगद साहब महाराज, आखो जी धन गुरु अंगद देव जी महाराज, फिर आखो जी धन गुरु अंगद देव जी महाराज। यह है मल तख्त बैठा गुर हटिया, करह जे गुर फरमाया सिल जोग अलूणी चटिया। ये दात पुत्रा नूं नहीं मिली, पुत्री कौल ना पालियो, इसी बाणी विच जिक्र है। ना ये श्री चंद नूं मिली ते ना लक्ष्मी दास नूं मिली, ये उन्हों मिली जिन्हें सिल जोग अलूणी चटी है, जिन्हें गुरु दा हुक्म कमाया, सिर मथे होके कमाया, आप गवाई है तां शौ पाई है और कैसी चतराई। एवें कमाया, गुरु दे हुक्म नूं सत करके मनिया। नानक सलामत थीवदै दी ए बस बख्शिश होई, शह टिका दित्यों सजीवदै। लैणी दी फेराई है नानका दोही खटिया, जो तोहा जुगत साए शह काया फिर पलटी है। झुलै सो छत निरंजनी, मल तख्त बैठा गुर हटिया, करह जो गुर फरमाया सिर जोग अलूणी चटिया। राय बलवंत ते तथा सतह डूम आखी, जो गुरु ने आख देता ते भाई लैणा जी ने वही कीता। ते कला ढिड दी पूर्ति वास्ते लंगर नहीं, लंगर चला गुर शब्द, हर टोट ना आवी खटिया। हुण खडूर दी धरती, खडूर साहब दी धरती हो गई है, ते इत्थे गुरु दे शब्द दी लंगरां दी छैबरां लग गईयां। ये छैबरां हुण मुकदियां नहीं, लंगर चला गुर शब्द, गुरु दे शब्द दा लंगर, जेड़ा गुरु नानक साहब ने पहला लाया सी,
संसार नूं तारण वास्ते। हुण वो शब्द दा लंगर खडूर साहब की धरती ते धन गुरु अंगद साहब जी ने लाया। लंगर चला गुर शब्द हर टोट ना आवी खटिया। ये लंगर घटदा नहीं। गुरु अर्जुन साहब जी ने कहा हम धनवंत भागट सच नाहि, हर गुण गावह सहज सुभाए, पीऊ दादे का खोल डिठा खजाना, ता मेरा मन भया निधाना, रतन लाल जाका खचू कछू ना मोल, भरे भंडार अफूट अतोल, खावै खर्चा रल मिल भाई, टोट ना आवै वद दो जाई। कहो नानक जिस मस्तक लेख लिखाए, सो ईत खजाना रहा रला। ये वाली बख्शिश सो ईत खजाना लया रलाए। सतगुरु गुरु अंगद साहब महाराज जी नूं बख्शिशां होईयां। ते नाल दूसरी बख्शिश हुई माता खीनी नेक जन तिस बहुती छाओ पतराली, लंगर दौलत वंडिया रस अमृत खीर घियाली। ते खडूर साहब की धरती ते जिथे गुरु अंगद साहब जी ने शब्द का लंगर लाया, उथे माता खीवी जी ने खडूर साहब की धरती ते अन्न का लंगर लाया। देसी घ्यो दीयां खीरां चलाइयां। शहबरां जिहड़ा लंगर तुसी गुरु घर दे विच छकदे हो ना, ये लंगर दी रहमत बाणी विच माता खीवी जी नूं बख्शी है। धन गुरु नानक साहब जी ने भाई लहणा जी नूं गुरता गद्दी बख्शी ते माता खीवी जी नूं लंगर दी सेवावां बख्शियां। ये सेवावां सतगुरु गुरु नानक साहब महाराज जी ने मत्ते दी सराह तो सफर शुरू होया भाई लहणा जी दा, ते भाई लहणा जी दा सफर 1539 तक सेवा घालना वाला है। ते ये सेवा घालना सिर जोग अलूणी चट्टिया वाला है, अलूणी सिल चट्टण वाला है। जे गुरु ने चढ़दे सिखर दोपहरे भी क्या समा की होया है, ते लहणा जी कहंदे सतगुर जी जो तुसां नूं पाया उही होया है। जे रात लंघी है तो तुसां दे भाणे च, जे दिन लंघेगा तो तां भी तुसां दे भाणे च। किन्ना कुछ जो पुत्रां ने नहीं कीता, वो भाई लहणा जी ने सेवकी सिखी, सेवकी कमा के कीता। ते जे सेवा कमाई तो फिर सेवा की दात भी मिली। अज दा फरमान पढ़ लियो रहाऊ दी तुका, मेरे राम राय तू संतां का संत तेरे। फिर सारियां रहमतां झोली पाउंदे ने गुरु साहब। सतगुरु गुरु नानक साहब जी ने गुरु अंगद साहब जी नूं गुरता गद्दी बख्शी ते हुक्म कीता कि करतारपुर दी धरती ते नहीं, हुण खडूर दी धरती ते जाके वसो, उथे रहमतां वरसाओ। बाबा फेरूमल जी दे पुत्र भाई लहणा जी गुरु अंगद साहब जी दा रूप होया, ते जिन्हां ने सारे संसार नूं तार के बचन कीते। जिस प्यारे स्यों ने 63 श्लोक गुरु अंगद साहब जी ने उचारे ने। जिस प्यारे स्यों ने तिस आगै, मर चलिया त्रिग जीवन, संसार ताकै पाछै जीवना। ते दुनिया दे लोग आउंदे सी गुरु अंगद साहब कोल खडूर दी धरती ते कहंदे सी सच्चे पातशाह ये तुरकी बाणी की है, इस तुरकी बाणी दा की असर है। ते भाई लहणे ने कहा जिहड़ा लहणे नूं अंगद बना दिंदा है ओही तुरकी बाणी है। भाई जोधे दे मुखों इक्को शब्द सुनिया सी ते लहणा अंगद हो गया। ते वो की सी जित सेविया सुख पाई सो साहिब ये है। ते फिर इस तुरकी बाणी ते पहला मौजूद धर्म ग्रंथां च की फर्क है? ते गुरु अंगद साहब कहते पहले मौजूद धर्म ग्रंथ भी मुबारक ने, वेद शास्त्र पुराण सिमरतियां कतेब सब कुछ मुबारक ने, पर ओदे विच कहानियां ने, ओदे विच गल्लां बातां ने, ओदे विच उत्तम मध्यम जाति दे भेत ने, ओदे विच मनुखता दी भलाई तो उल्ट काम ने, ओदे विच फोकट कर्म कांड ने। ये तुरकी बाणी जिहड़ी है इहदे विच सिर्फ प्रभु प्राप्ति दी, इहदे विच सिर्फ प्रभु रहमत दी, प्रभु दी दृष्टि किवें प्राप्त करनी है ओदी जुगत है, तत दी गल है। कथा कहानी महला दूजा गुरु अंगद साहब ने उचारिया, कथा कहानी बेदी आणी पाप पुन विचार। वेदां दे विच अज तो पहला मौजूद ग्रंथां दे विच कथा कहानियां बहुत ने, पर गुरु ग्रंथ साहब जी दे विच कोई कथा कहानी नहीं, कोई कथा इहदे विच कोई कहानियां लमेरी तौर ते नहीं। हाँ जे है ते सिर्फ ट्यूक मात्र पा के इशारा कीता ते अगे फिर प्रभु की प्राप्ति का जिक्र किया। कथा कहानी बेदी आनी पाप पुन विचार दे दे लेना लैला देना नरक सुरग अवतार उत्तम मध्यम जाति जिनसी भरम पवै संसार। ये अज तो पहला जो वर्तारा वर्त रहा सी वो इना करके वर्त रहा सी, पर हुण अमृत बाणी तत बखाणी ज्ञान ध्यान विच आई। गुरमुख आखी गुरमुख जाती, कोई गुरु दे राही इनू आखे पढ़े इनू समझे, सिफती कर्म ध्यानी
पर इनू ध्याया, इनू हिरदे च गुरु की कृपा तो बिना नहीं वसाया जा सकता। इनू हिरदे च गुरु की कृपा नाल वसाया जा सकता है, ते जिहदे हिरदे च वस गई ओनू फिर कोई नहीं खत्म कर सकता। महला दूजा, दीख्या आख बुझाया सिफती सच समयो, तिनको क्या उपदेसी है जिन गुरु नानक देओ। धन गुरु अंगद देव जी महाराज जी दे गुरता गद्दी दियां बेअंत बेअंत वधाइयां, आप संगतां नूं मुबारकां। सतगुरु जी रहमतां बख्शाउण, तखत बहै तख्तै की लायक। ये सच अज दे समय विच वरत रहा, सदा ही वरतदा रहेगा। ये ते उग बणो ते आथ बणो, चौचक्की कीअं लोआ। ये ते सदा ही जिथों सूरज उगदा जिथे ढलदा है, ये थावां भी मुक जाणगियां घट ने, पर तख्त बैठा अर्जुन गुरु सतगुरु काखे वै चंदोआ। गुरु की शोभा सदा ही रहेगी। आओ जी अज सत्कार जो भाई साहब भाई गुरदयाल सिंह जी ढाडी जथा आप संगतां नूं निहाल करन वास्ते पहुंच चुके ने। अगला जिहड़ा प्रोग्राम है हुण सरवण करो जी। दास दियां भुलां गलतियां दास दी झोली पाओ। अज दे पावन दिहाड़े दियां मुबारकां गज के फतेह बुलाओ। आखो जी वाहिगुरू जी का खालसा वाहिगुरू जी की फतेह।